अस्सलाम वालेकुम दोस्तों, क्या हाल है? ठीक हो? काफ़ी छतों पे जो है ना वायरस आया है। मेडिसन इस्तेमाल कर कर के तंग आ गए हैं। समझ नहीं आ रही, कोटे बंद हो रहे हैं, रेशा हो रहा है, उसमें फिर वायरस आ जाता है लकबे जोले का। कई बिल्कुल तंदुरुस्त कबूतर हैं तो सुबह देखते हैं तो मरे होते हैं। एक देसी टोटका है, बहुत लाजवाब है। एंटीबायोटिक का काम भी करेगा, हाजमे का काम भी करेगा। 3-4 देसी थोम की थुरियाँ ले लें, उसको खल में डाल के कूटें, मैश कर लें और थोड़ा सा 1 कप पानी डाल के ना जैसे सरदाई बनाती हैं ऐसे बिल्कुल मुलायम कर लें और कपड़ छान कर लें। कपड़े के साथ उसको पुन लें, निचोड़ लें उसका पानी। उसके अंदर 2 ढक्कन एप्पल साइडर विनीगर, सेब का सिरका, वो इस्तेमाल डाल के 1 किलो पानी के अंदर ये कबूतरों को 2-3 दिन इस्तेमाल करवाएं। जो नहीं पी सकते उनको सिरिंज के साथ 10-10 सीसी दे दें, सादा पानी के साथ पलट कर। जो रेशा है या पोटे बंद है, ये कबूतर बड़े शौक़ से भी पिएंगे अगर वैसे रखेंगे। जो कबूतर एक दफ़ा पी लेगा वो बार बार आके ना नोक लगाएगा। और कबूतर का गार्लिक जो है वो कबूतर को बहुत पसंद है, इसका टेस्ट। तो पोटे भी उनके चलने शुरू हो जाएंगे। वायरस एंटीबायोटिक का काम करेगा। वायरस अंदर जो है ना उसके अंदर बना हुआ वो जरासीम मर जाएंगे और कबूतर इंशाल्लाह रिकवरी की तरफ आ जाएंगे। रोज़ ब रोज़ बेहतरी की तरफ आएंगे। ज़रा मवाद जो है ना उनकी कम हो जाएगी। बिल्कुल सिंपल सादा टोटका है, इंशाल्लाह फ़ायदा बहुत होगा। दुआओं में याद रखिएगा। अल्लाह हाफ़िज़। अस्सलाम वालेकुम दोस्तों, क्या हाल? ठीक हो? आज एक फार्मूला शेयर कर लगा वा, बहुत ज़बरदस्त रानी खेत वास्ते। रानी खेत या ਜਦੋਂ ਵੀ ਕਿਸੇ ਬਿਮਾਰੀ ਦਾ ਅਟੈਕ ਹੁੰਦਾ ਹੈ, ਸਮਝ ਨਹੀਂ ਲੱਗਦੀ। ਕਬੂਤਰ ਦੀ ਵਿੱਠ ਜਿਹੜੀ ਹੈ ਨਾ ਚੇਂਜ ਹੋ ਜਾਂਦੀ ਹੈ, ਪਤਲੀਆਂ ਵਿੱਠਾਂ ਕਰਨ ਲੱਗ ਪੈਂਦੇ ਨੇ। ਪਾਣੀ ਵਾਲੀ ਵਿੱਠ ਹੁੰਦੀ ਹੈ, ਵਿੱਚ ਸਬਜ਼ੀ ਜ਼ਿਆਦਾ ਆ ਜਾਂਦੀ ਹੈ। ਰਾਣੀ ਖੇਤ ਦੀ ਜਿਹੜੀ ਵਿੱਠ ਹੈ ਉਹਦੀ ਇੱਕ ਖਾਸ ਨਿਸ਼ਾਨੀ ਇਹ ਵੇ ਕਿ ਉਹ ਬਿਲਕੁਲ ਪਾਣੀ ਹੋਏਗਾ ਔਰ ਉਹਦੇ ਅੰਦਰ ਇੱਕ ਸਬਜ਼ੀ, ਤਾਰਨੁਮਾ ਸਬਜ਼ੀ, ਜਿਵੇਂ ਵਾਲ ਨਹੀਂ ਹੁੰਦਾ, ਥੋੜ੍ਹਾ ਜਿਹਾ ਮੋਟਾ ਇਸ ਸਾਈਜ਼ ਦੀ ਲਾਈਨ ਬਣੀ ਹੁੰਦੀ ਹੈ ਵਿੱਠ ਦੇ ਅੰਦਰ। ਜਦੋਂ ਇਹ ਵਿੱਠ ਕਰਨ ਲੱਗ ਪੈਣ ਕਬੂਤਰ ਤਾਂ ਸਮਝੋ ਤੁਹਾਡੇ ਨਾਲ ਕਬੂਤਰਾਂ ਨੂੰ ਵਾਇਰਸ ਆ ਗਿਆ, ਰਾਣੀ ਖੇਤ ਦਾ ਵਾਇਰਸ ਅੰਦਰ ਆ ਗਿਆ। ਜਿਸ ਬੰਦੇ ਨੇ ਵਿੱਠਾਂ ਤੋਂ ਕਬੂਤਰਾਂ ਦੀ ਬਿਮਾਰੀ ਦੀ ਪਹਿਚਾਣ ਕਰ ਲਈ, ਉਹ ਬਹੁਤ ਜ਼ਿਆਦਾ ਫਾਇਦੇ 'ਚ ਰਹਿੰਦੇ ਨੇ। ਜਦੋਂ ਵਿੱਠ ਲੇਸਦਾਰ ਹੁੰਦੀ ਏ ਹਰੇ ਰੰਗ ਦੀ ਤਾਂ ਸਮਝੋ ਸੈਲਮੋਨੀਲਾ ਆ ਗਿਆ। ਐਡੀ ਨਾਮੁਰਾਦ ਬਿਮਾਰੀ ਹੈ ਕਿ ਇਹ ਵਿੱਠ ਤੋਂ ਹੀ ਫੈਲਦੀ ਹੈ। ਜਿਸ ਕਬੂਤਰ ਦੇ ਪੰਜੇ ਨੂੰ ਲੱਗ ਗਈ ਉਹਦੇ ਵਿੱਚ ਵੀ ਇਹ ਵਾਇਰਸ ਆ ਜਾਂਦਾ ਹੈ। ਜਾਂ ਦਾਣੇ ਦੇ ਉੱਤੇ ਵਿੱਠ ਹੋ ਗਈ ਤੇ ਜੇ ਕਿਸੇ ਨੇ ਮੂੰਹ ਮਾਰ ਲਿਆ ਤੇ ਉਹ ਵੀ। ਖੈਰ, ਫਾਰਮੂਲਾ ਜਿਹੜਾ ਜਦੋਂ ਇਸ ਕਿਸਮ ਦਾ ਮਸਲਾ ਬਣ ਜਾਵੇ, ਕਬੂਤਰ ਵਿੱਠਾਂ ਪੈੜੀਆਂ ਮਾਰਨ ਲੱਗ ਪੈਣ, ਸੁਸਤ ਹੋ ਕੇ ਬਹਿ ਜਾਣ, ਇਹੋ ਜਿਹਾ ਇੱਕ ਫਾਰਮੂਲਾ ਹੀ ਤੁਹਾਨੂੰ ਨਾਲ ਸ਼ੇਅਰ ਕਰਨਾ ਵਾ। ਮੇਰਾ ਨਹੀਂ ਖਿਆਲ ਕਿ ਕਿਸੇ ਨੇ ਐਡਾ ਜ਼ਮੂਦਾ ਔਰ ਐਡਾ ਚੰਗਾ ਫਾਰਮੂਲਾ ਅਜੇ ਤੱਕ ਸ਼ੇਅਰ ਕੀਤਾ ਹੋਵੇ, ਨਾ ਹੀ ਮੈਂ ਵੀ ਸੁਣਿਆ। ਲੇਕਿਨ ਇਸ ਸਾਡਾ ਪਰਸਨਲ ਮੈਂ ਤੁਹਾਡੇ ਦੋਸਤਾਂ ਨਾਲ ਸ਼ੇਅਰ ਕਰਨਾ ਵਾ। ਚਾਹੇ ਉਸਤਾਦ ਨੇ, ਚਾਹੇ ਸ਼ਾਗਿਰਦ ਨੇ, ਕੋਈ ਅਮੀਰ ਹੈ, ਗਰੀਬ ਹੈ, ਸਭ ਇਸਤੇਮਾਲ ਕਰ ਸਕਦੇ ਹੋ ਔਰ ਇਹਦਾ ਫ਼ਾਇਦਾ ਹੋਏਗਾ ਇੰਸ਼ਾਅੱਲਾ। ਦੂਜੀ ਤੀਜੀ ਆਪਣਾ ਖੁਰਾਕ ਦੇ ਨਾਲ ਹੀ ਇਹਦਾ ਨਾ ਤੁਹਾਨੂੰ ਫ਼ਾਇਦਾ ਮਿਲੇਗਾ। ਇਹਦਾ ਸਾਈਡ ਇਫੈਕਟ ਕੋਈ ਨਹੀਂ ਤਾਂ ਜ਼ਿਆਦਾਤਰ ਉਸਤਾਦ ਦੇ ਵਿੱਚ ਮੈਂ ਦੇਖਿਆ ਵੇ YouTube 'ਤੇ ਇੱਧਰ ਉੱਧਰ ਕੋਈ ਕਹਿ ਰਿਹਾ ਫਲਾਨੀ ਚੀਜ਼ ਦੇ ਦਿਓ ਤਾਂ ਖੈਰ ਮੈਂ ਨਾਂ ਨਹੀਂ ਲੈਂਦਾ, ਮੇਰਾ ਇਹ ਮਕਸਦ ਨਹੀਂ। 3 ਚੀਜ਼ਾਂ ਨੇ ਟੋਟਲ। ਜਦੋਂ ਰਾਣੀ ਖੇਤ ਦਾ ਵਾਇਰਸ ਆਉਂਦਾ, ਕੋਈ ਚੀਜ਼ ਤੁਹਾਡੇ ਕੋਲ ਅਵੇਲੇਬਲ ਨਹੀਂ, ਇਹ 3 ਚੀਜ਼ਾਂ 2 ਤੋਂ 3 ਦਿਨ ਲਗਾਤਾਰ ਕਰ ਲਓ, ਇੰਸ਼ਾਅੱਲਾ ਤੁਹਾਡਾ ਜਿਹੜਾ ਪੂਰਾ ਸੈਟਅਪ ਹੈ ਨਾ ਉਹ ਬਚ ਜਾਏਗਾ। ਠੀਕ ਹੈ। ਨੰਬਰ 1, ਫਲੈਜਲ ਦੀਆਂ ਗੋਲੀਆਂ ਤੁਹਾਨੂੰ ਚਾਹੀਦੀਆਂ ਨੇ। ਨੰਬਰ 2, ਤੁਹਾਨੂੰ ਚਾਹੀਦਾ ਹੈ ਮੋਕਸਲੀਨ ਕੈਪਸੂਲ। ਫਲੈਜਲ ਦੀ 200 mg ਦੀ, ਮੋਕਸਲੀਨ ਕੈਪਸੂਲ 500 mg। ਠੀਕ ਹੈ। ਔਰ ਚੂਨੇ ਦਾ ਪਾਣੀ। ਚੂਨਾ
ਜਿਹੜਾ ਇਹ ਪੇਠਾ ਫੈਕਟਰੀਆਂ ਦੇ ਵਿੱਚ ਪੇਠਾ ਧੋਣ ਵਾਸਤੇ ਇਸਤੇਮਾਲ ਹੁੰਦਾ ਹੈ। ਉਹਨਾਂ ਨੇ ਹੋਦੀਆਂ ਭਰੀਆਂ ਹੁੰਦੀਆਂ, ਚੂਨਾ ਪਿਓਇਆ ਹੁੰਦਾ ਹੈ, ਤੇ ਉਹਦਾ ਉੱਤੋਂ ਪਾਣੀ ਲੈਣਾ ਚੂਨੇ ਦਾ। ਠੀਕ ਹੈ। ਅਗਰ ਉਹ ਨਹੀਂ ਲੈ ਸਕਦੇ ਤਾਂ ਕਿਸੇ ਪਾਣ ਵਾਲੇ ਕੋ ਚੂਨਾ ਲੈ ਆਓ ਅਤੇ ਉਹਨੂੰ ਜਿਹੜਾ ਨਾ ਉਹਦਾ ਪਾਣੀ ਲੈ ਆਓ। ਅਗਰ ਉਹ ਵੀ ਨਹੀਂ ਕਰ ਸਕਦੇ ਤਾਂ ਖੁਦ ਚੂਨਾ ਦਾ ਪਾਣੀ ਬਣਾ ਲਵੋ। 1.10 ਇਹਦੀ ਮਿਕਦਾਰ ਹੈ, ਯਾਨੀ ਕਿ 1 ਕਿਲੋ 10 ਕਿਲੋ ਪਾਣੀ। ਅਗਰ ਤੁਸੀਂ ਆਪਣਾ ਇੱਕ ਛਟਾਕੀ ਲੈ ਆਏ ਹੋ ਨਾ, ਅਤੇ ਇਹਦੇ 'ਚ 10 ਗੁਣਾ ਪਾਣੀ ਪਾ ਕੇ ਇਹਨੂੰ 24 ਘੰਟੇ ਪਿਉਂ ਦਿਓ। 24 ਘੰਟੇ ਤੱਕ ਭਿੱਜਾ ਰਹਿਣ ਦੇਵੇ। ਉਸ ਤੋਂ ਬਾਅਦ ਉੱਤੇ ਜਿਹੜਾ ਪਾਣੀ ਆਉਂਦਾ ਹੈ ਨਾ, ਉਸ ਪਾਣੀ ਨੂੰ ਸਰਿੰਜ ਦੇ ਨਾਲ ਆਪਣਾ ਕੱਢ ਲੈਣਾ ਹੈ। ਠੀਕ ਹੈ। ਹੁਣ ਇਸ ਨੂੰ ਫਾਰਮੂਲੇ ਨੂੰ ਬਣਾਉਣ ਦਾ ਤਰੀਕਾ ਇਹ ਆ ਕਿ ਜਿਹੜੀ 8 ਕਿਲੋ ਪਾਣੀ 'ਚ ਬਣਾਉਣਾ ਹੈ। ਠੀਕ ਹੈ। 8 ਕਿਲੋ ਪਾਣੀ ਤੁਸੀਂ ਲੈਣਾ ਹੈ ਸਾਦਾ। ਉਹਦੇ ਵਿੱਚ ਤੁਸੀਂ ਪਾਉਣੀਆਂ 8 ਗੋਲੀਆਂ ਫਲੈਜਲ ਦੀਆਂ 200 mg ਦੀਆਂ, ਅਤੇ ਮੋਕਸਲਿਨ ਕੈਪਸੂਲ ਪਾਉਣੇ ਨੇ 4 500 mg ਦੇ, ਅਤੇ 50 cc ਚੂਨੇ ਦਾ ਪਾਣੀ ਉਹਦੇ 'ਚ ਮਿਕਸ ਕਰਕੇ ਇਹ ਕਬੂਤਰਾਂ ਨੂੰ ਪਿਆਓ। ਅਤੇ ਕਬੂਤਰ ਇਨਸ਼ਾਅੱਲਾ ਤੁਹਾਡੇ ਇਹ ਜਦੋਂ ਪੀਣਗੇ, ਇਹਦੇ ਨਾਲ ਜਿਹੜੀ ਤੁਹਾਡੇ ਕਬੂਤਰਾਂ ਦੇ ਅੰਦਰ ਬਿਮਾਰੀ ਵਗੈਰਾ ਅੱਲਾ ਦੇ ਹੁਕਮ ਦੇ ਨਾਲ ਵਿਠਾਂ ਵੀ ਇੰਝ ਚੇਂਜ ਕਰਨਗੇ, ਤੁਸੀਂ ਕਹੋਗੇ ਜਾਦੂ ਹੋ ਗਿਆ। ਇਹੋ ਜਿਹੀਆਂ ਗੱਲਾਂ ਕੋਈ ਦੱਸਦਾ ਨਹੀਂ ਅਤੇ ਨਾ ਹੀ ਦੱਸਣ ਨੂੰ ਦਿਲ ਕਰਦਾ, ਲੇਕਿਨ ਮੈਂ ਚਾਹੁੰਦਾ ਹਾਂ ਕਿ ਭਲਾ ਹੋਵੇ। ਜਿਹੜੇ ਮਹਿੰਗੀਆਂ ਦਵਾਈਆਂ ਅਫੋਰਡ ਨਹੀਂ ਕਰ ਸਕਦੇ, ਉਹਨਾਂ ਵਾਸਤੇ ਜਿਹੜਾ ਨਾ ਉਹਨਾਂ ਦੇ ਜਾਨਵਰ ਸੇਫ ਹੋ ਜਾਣ, ਚਲੋ ਦੁਆਵਾਂ ਹੀ ਦੇਣਗੇ। ਅਤੇ ਇਹ ਤੁਸੀਂ ਕਰੋ। ਅਗਰ ਜੇ ਥੋੜ੍ਹੀ ਮਿਕਦਾਰ 'ਚ ਬਣਾਉਣਾ ਹੈ ਤਾਂ 2 ਕਿਲੋ ਪਾਣੀ ਲੈ ਲਓ, 2 ਗੋਲੀਆਂ ਫਲੈਜਲ ਪਾਓ, 1 ਕੈਪਸੂਲ ਮੋਕਸਲਿਨ ਦਾ ਪਾਓ, ਵਿੱਚ 10 cc ਆਪਣਾ ਚੂਨੇ ਦਾ ਪਾਣੀ ਪਾ ਲਓ, ਪਾ ਕੇ ਲੇਕਿਨ ਇਹ ਬਣਾਉਣਾ ਡੇਲੀ ਤਾਜ਼ਾ ਜੇ। ਅਤੇ 4 ਘੰਟੇ ਵਾਸਤੇ ਜਦੋਂ ਵੇਖਿਆ ਕਬੂਤਰ ਪਿਆਸੇ ਨੇ, ਉਦੋਂ ਕਬੂਤਰਾਂ ਨੂੰ 1 ਦਫਾ ਪਾਓ, 1 ਦਫਾ ਸ਼ਾਮ ਦੇ, 2 ਟਾਈਮ ਇਹ ਪਿਆ ਕੇ ਤੇ ਡੋਲ ਦਿਓ, ਫਿਰ ਅੱਗੋਂ ਨਵੇਂ ਸਿਰੇ ਬਣਾਓ। ਇਹ ਜਾਦੂ ਹੋ ਜਾਏਗਾ ਵੀ। ਜਿਸ ਬੰਦੇ ਨੇ ਕਬੂਤਰਬਾਜ਼ੀ 'ਚ ਵਿੱਠ 'ਤੇ ਕੰਟਰੋਲ ਕਰ ਲਿਆ, ਵਿੱਠ ਸਮਝ ਲਈ, ਚਾਹੇ ਉਹ ਉਡਾਨ ਵਾਲਾ, ਚਾਹੇ ਉਹ ਬਿਮਾਰੀਆਂ ਨੇ, ਚਾਹੇ ਜੋ ਵੀ ਹੈ, ਉਹ ਕਾਮਯਾਬ ਹੋ ਗਿਆ। ਠੀਕ ਹੈ ਜੀ। ਦੁਆਵਾਂ ਦੇਣਾ ਅਤੇ ਦੁਆਵਾਂ 'ਚ ਯਾਦ ਰੱਖਣਾ। ਅੱਲਾ ਸੋਨੇ ਦੇ ਵਾਲੇ।